ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦੀ ਆਪਣੀ ਕਹਾਣੀ ਸਤਵਿੰਦਰ ਬਰਾੜ ਦੁਆਰਾ ਲਿਖੀ ਗਈ ਆ। ਆਓ ਆਪਾਂ ਸ਼ੁਰੂ ਕਰਦੇ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਵੇਗੀ। ਹਰੇਕ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਮਾਂ ਪੁੱਤਾਂ ਦੀਆਂ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਨੇ ਸੁਬਹ ਦੀ ਗੂੜੀ ਨੀਂਦ 'ਚ ਜਗਾ ਦਿੱਤਾ। 2-4 ਮਿੰਟਾਂ ਵਿੱਚ ਹੀ ਸ਼੍ਰੀਮਤੀ ਮੇਰੇ ਕਮਰੇ ਵਿੱਚ ਆਉਣ ਵਾਲੀ ਆ ਤੇ ਆ ਕੇ ਫਿਰ ਉਹੀ ਹਰੇਕ ਵੀਕਐਂਡ ਵਾਲਾ ਕਾਟੋ ਕਲੇਸ਼। 5 ਦਿਨ ਦੀ ਹੱਡ ਭੰਨਵੀਂ ਮੁਸ਼ੱਕਤ ਤੋਂ ਬਾਅਦ ਤੇ ਅਗਲੇ ਹਫਤੇ ਦੀ ਕਰੜੀ ਮਿਹਨਤ ਵਾਸਤੇ ਤਿਆਰ ਹੋਣ ਲਈ ਸ਼ਨੀਵਾਰ ਮੌਜ ਮਸਤੀ ਕਰ ਐਤਵਾਰ ਸਵੇਰ ਲੇਟ ਉੱਠਣ ਦੇ ਇਰਾਦੇ ਨਾਲ ਸ਼ਨੀਵਾਰ ਰਾਤ ਨੂੰ ਦੇਰ ਨਾਲ ਹੀ ਸੁੱਤਾ ਜਾਂਦਾ ਹੈ। ਪਰ ਹਰੇਕ ਐਤਵਾਰ ਸਵੇਰ ਦੀ ਨੀਂਦ ਇਸ ਵਕਤ ਹੀ ਇਹਨਾਂ ਦੇ ਕਾਟੋ ਕਲੇਸ਼ ਨਾਲ ਹੀ ਖੁੱਲਦੀ ਆ। 20 ਵਾਰ ਬੱਚਿਆਂ ਨੂੰ ਸਮਝਾਇਆ ਬਈ ਉਹ ਮਾਂ ਹੈ ਤੁਹਾਡਾ ਭਲਾ ਲੋਚਦੀ ਆ, ਤੁਹਾਡੀ ਫਿਕਰ ਆ ਉਸ ਨੂੰ। ਪਰ ਨਹੀਂ, ਅੱਜ ਦੀ ਨਵੀਂ ਪਨੀਰੀ ਤੇ ਉਹ ਵੀ ਬਾਹਰਲੇ ਮੁਲਕ ਦੀ ਜੰਪਲ ਤੱਕਾ ਇਹਨਾਂ ਨਾਲ ਕੀਤਾ ਨਹੀਂ ਜਾ ਸਕਦਾ। ਸ਼੍ਰੀਮਤੀ ਨੂੰ ਵੀ ਸਮਝਾਇਆ ਹੈ ਬਈ ਉਹ ਤਾਂ ਨਿਆਣੇ ਨੇ, ਤੂੰ ਹੀ ਸਮਝ ਕਰ। ਪਰ ਉਹ ਵੀ ਕੀ ਕਰੇ, ਆਖਿਰ ਮਾਂ ਹੈ ਤੇ ਮਾਂ ਦਾ ਦਿਲ ਤੜਫਦਾ ਹੈ। ਜਦ ਸਾਰਾ ਹਫਤਾ ਬਾਜ਼ਾਰ ਦੇ ਫਾਸਟ ਫੂਡ ਖਾ ਗੁਜ਼ਾਰਾ ਕਰਦੇ ਨੇ। ਕੰਮ ਤਾਂ ਜਾਂਦੀ ਹੋਣ ਕਰਕੇ ਉਸਦੀ ਵੀ ਮਜਬੂਰੀ ਹੈ ਕਿ ਬੱਚਿਆਂ ਨੂੰ ਸਮੇਂ ਸਿਰ ਤੇ ਉਹਨਾਂ ਦੀਆਂ ਫਰਮਾਇਸ਼ਾਂ ਅਨੁਸਾਰ ਪੂਰਾ ਨਹੀਂ ਆਇਆ ਜਾ ਸਕਦਾ। ਸ਼ਨੀਵਾਰ ਕੱਪੜੇ ਧੋਣ, ਸਫਾਈਆਂ ਕਰਨ ਤੇ ਕੇਸੀ ਨਹਾਉਣ ਧੋਣ ਵਿੱਚ ਲੰਘ ਜਾਂਦਾ ਤੇ ਐਤਵਾਰ ਉਹ ਰੱਖਦੀ ਸਿਰਫ ਤੇ ਸਿਰਫ ਰਸੋਈ ਲਈ। ਉਸ ਦੀ ਦਿਲੀ ਰੀਝ ਹੁੰਦੀ ਆ ਕਿ ਐਤਵਾਰ ਸਵੇਰ ਤੋਂ ਸ਼ਾਮ ਤੱਕ ਅਲੱਗ-ਅਲੱਗ ਤਰ੍ਹਾਂ ਦੇ ਵਧੀਆ ਵਿਅੰਜਨ ਹੱਥੀਂ ਤਿਆਰ ਕਰਕੇ ਮੈਨੂੰ ਤੇ ਬੱਚਿਆਂ ਨੂੰ ਪਰੋਸੇ। ਤੇ ਇਸੇ ਗੱਲ ਤੋਂ ਐਤਵਾਰ ਸਵੇਰ ਤੋਂ ਹੀ ਸਾਡੇ ਘਰ ਕਾਟੋ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਉਹ ਖਵਾਉਣ ਲਈ ਇਹਨਾਂ ਦੇ ਪਿੱਛੇ ਤੇ ਇਹ ਨਾ ਖਾਣ ਲਈ ਉਸ ਦੇ ਅੱਗੇ ਭੱਜਦੇ ਹਨ। ਉਹ ਵਧੀਆ ਸਿਹਤ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਦੇਸੀ ਘਿਓ ਦੇ ਪਰੌਂਠੇ, ਬਦਾਮਾਂ ਵਾਲਾ ਦੁੱਧ ਚਰੀਨੀ ਖੀਰ, ਭੁੱਜਿਆ ਤਿੱਤਰ ਦਾ ਮੀਟ ਤਿਆਰ ਕਰਦੀ ਆ ਤਾਂ ਕਿ ਉਸਦੇ ਬੱਚਿਆਂ ਦਾ ਕੱਦ ਕਾਠੀ ਵਧੀਆ ਨਿਕਲੇ। ਪਰ ਬੱਚਿਆਂ ਦਾ ਰੌਲਾ ਅਖੀ ਮੰਮਾ ਫੈਟ ਵਾਲੀਆਂ ਡਿਸ਼ਸ ਖਵਾਈ ਜਾਂਦੇ ਨੇ। ਹਰੇਕ ਐਤਵਾਰ ਮੇਰੀ ਜਾ ਕੇ ਇਹਨਾਂ ਦੇ ਇਸੇ ਰਾਮ ਰੌਲੇ ਨਾਲ ਖੁੱਲਦੀ ਆ। ਬੜਾ ਸਮਝਾਈਦਾ ਮੁੰਡਿਆਂ ਨੂੰ, ਸਾਲਿਓ ਖਾ ਲਓ, ਅੰਨ ਦੇਵਤਾ ਹੈ, ਅੰਨ ਦੇਵਤਾ ਕਿਉਂ ਠੋਕਰ ਮਾਰਦੇ ਹੋ? ਅੰਨ ਦੀ ਕਦਰ ਕਰੀਦੀ ਆ। ਅੰਨ ਦਾ ਮੁੱਲ ਮੈਨੂੰ ਪੁੱਛੋ ਜਿਹੜਾ ਇੱਕ ਵਰਗੀ ਲਈ ਬਚਪਨ ਵਿੱਚ ਤਰਸਦਾ ਰਿਹਾ। ਇਸੇ ਅੰਨ ਦੀ ਤੋਟ ਨੇ ਪਤਾ ਨਹੀਂ ਮੈਨੂੰ ਕਿੱਥੇ ਘੁਮਾਇਆ ਤੇ ਪਤਾ ਨਹੀਂ ਕਿਹਦੇ ਪੈਰੀ ਹੱਥ ਲਵਾਏ। ਯਾਦ ਆਉਂਦਾ ਹੈ ਅੱਜ ਵੀ ਉਹ ਦੋਸਤ ਜਿਸ ਦੀ ਬਦੌਲਤ ਮੈਂ ਪੈਰਾਂ ਸਿਰ ਹੋਇਆ ਤੇ ਅੱਜ ਆਪਣੇ ਪਰੇ ਪੂਰੇ ਪਰਿਵਾਰ ਵਿੱਚ ਆਪਣੇ ਬੱਚਿਆਂ ਦੇ ਰਾਮ ਰੌਲੇ 'ਚ ਪਰਚਿਆ ਹੋਇਆ ਹਾਂ। ਸੋਚਦਾ ਹਾਂ ਜੇ ਕਿਤੇ ਮੇਰਾ ਉਹ ਦੋਸਤ ਮੇਰੀ ਵਾਹ ਨਾ ਫੜਦਾ ਤਾਂ ਪਤਾ ਨਹੀਂ ਜ਼ਿੰਦਗੀ ਦੇ ਵਾਹ ਵਰੋਲਿਆਂ 'ਚ ਉੜਦਾ ਕਿੱਥੇ ਜਾ ਖੜਦਾ ਵੀ ਕਿ ਨਾ, ਸ਼ਾਇਦ ਅਜੇ ਵੀ ਉੱਡਿਆ ਹੀ ਫਿਰਦਾ। ਅੱਜ ਰੱਬ ਦਾ ਦਿੱਤਾ ਸਭ ਕੁਝ ਆ, ਪਤਨੀਆਂ, 2 ਬੱਚੇ ਹਨ, ਕੋਠੀ ਆ, ਕਾਰ ਆ। ਅੱਜ ਸਭ ਨੂੰ ਸਭ ਦੀਆਂ ਗਲਤੀਆਂ ਮਾਫ ਕਰ ਮੈਂ ਆਪਣੀ ਜ਼ਿੰਦਗੀ ਦੀ ਧਾਰਾ 'ਚ ਰਵਾ ਰਵੀ ਵਗਿਆ ਜਾ ਰਿਹਾ ਹਾਂ। ਜਿੰਨਾ ਚਿਰ ਜ਼ਿੰਦਗੀ ਦੇ ਥਪੇੜੇ ਚੱਲਦਾ ਰਿਹਾ ਸਭ ਨੂੰ ਦੋਸ਼ੀ ਗਿਣਦਾ ਰਿਹਾ। ਕਦੇ ਸਾਰਾ ਦੋਸ਼ ਪਿਓ ਸਿਰ ਮੜਦਿਆਂ ਕਰਾਂ, ਜੇ ਉਹ ਅਜਿਹਾ ਨਾ ਹੁੰਦਾ ਮੈਂ ਆਪਣੇ ਘਰ ਹੁੰਦਾ। ਕਦੇ ਮਾਂ ਦੋਸ਼ੀ ਲੱਗਦੀ, ਜੇ ਉਹੀ ਕਰਨਾ ਛੱਡਦੀ ਮੈਂ ਬੇਘਰ ਨਾ ਹੁੰਦਾ। ਅੱਜ ਸਾਰੇ ਆਪੋ ਆਪਣੀ ਥਾਂ ਸਹੀ ਲੱਗਦੇ ਨੇ। ਮਾਂ ਦੀਆਂ ਵੀ ਹੋਣਗੀਆਂ ਕੁਝ ਆਪਣੀਆਂ ਮਜਬੂਰੀਆਂ, ਨਹੀਂ ਤਾਂ ਕਿਹੜੀ ਭਾਰਤੀ ਔਰਤ ਆਪਣੇ ਪਤੀ ਤੇ ਨਿੱਕੇ ਜਿਹੇ ਬੱਚੇ ਨਾਲ ਆਪਣਾ ਹੱਸਦਾ ਵਸਦਾ ਘਰ ਛੱਡਣ ਦਾ ਇੰਨਾ ਵੱਡਾ ਫੈਸਲਾ ਲੈਂਦੀ ਆ। ਸਾਡੇ ਰਿਸ਼ਤੇਦਾਰ ਤਾਂ ਅੱਜ ਤੱਕ ਮਾਂ ਨੂੰ ਸਲਾਉਂਦੇ ਨਹੀਂ ਥੱਕਦੇ। ਰਿਸ਼ਤੇਦਾਰਾਂ ਤੋਂ ਹੀ ਸੁਣਦਾ ਆਇਆ ਹਾਂ ਕਿ ਮਾਂ ਬਹੁਤ ਹੀ ਸੋਹਣੀ, ਸਿਆਣੀ, ਲਿਆਕਤ ਵਾਲੀ ਤੇ ਸਰਕਾਰੀ ਨੌਕਰੀ ਕਰਦੀ ਇੱਕ ਅਮੀਰ ਘਰ ਦੀ ਧੀ ਸੀ ਤੇ ਸ਼ਾਇਦ ਇਹ ਅਮੀਰ ਹੋਣਾ ਹੀ ਉਸ ਲਈ ਗੁਨਾਹ ਹੋ ਗਿਆ। ਮਾਂ ਦਾ ਨਿੱਕੀ ਹੁੰਦੀ ਦਾ ਹੀ ਪਿਓ ਮਰ ਗਿਆ ਸੀ। ਭਰਾ ਭੈਣ ਕੋਈ ਹੋਰ ਹੈ ਹੀ ਨਹੀਂ ਸੀ। ਚਾਚੇ ਤਾਇਆਂ ਸੋਚਿਆ ਨਿੱਕੀ ਜੀ ਨੂੰ ਮਾਰ ਖਪਾ ਦੇਾਂਗੇ ਜਾਂ ਵੱਡੀ ਹੋਈ ਦਾ ਆਪਣੀ ਮਰਜ਼ੀ ਦੀ ਥਾਂ ਵਿਆਹ ਕਰ ਇਸ ਦੀ ਜ਼ਮੀਨ ਟੱਪ ਲਵਾਂਗੇ। ਮੇਰੀ ਨਾਨੀ ਸ਼ਰੀਕੇ ਵਾਲਿਆਂ ਦੇ ਬੁਰੇ ਇਰਾਦੇ ਤਾੜ ਆਪਣੀ ਨਿੱਕੀ ਮਲੂਕ ਜਿਹੀ ਜਿੰਦ ਸਮੇਤ ਸ਼ਹਿਰ ਘਰ ਖਰੀਦ ਆ ਬੈਠੀ। ਹਿੱਸਾ ਠੇਕਾ ਚੰਗਾ ਆਉਂਦਾ ਸੀ, ਫਿਰ ਵੀ ਮਾਮਾ ਧੀਆਂ ਡਾਢਰ ਦਿਨ ਕੱਟਦੀਆਂ। ਨਾਨੀ ਵੀ ਇਕੱਲੀ ਕਹਿ ਰਹੀ ਸੀ, ਕੋਈ ਭੈਣ ਨਾ ਭਰਾ। ਮਾਂ ਨੇ ਚੋਰੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਸਰਕਾਰੀ ਨੌਕਰੀ 'ਚ ਆ ਗਈ। ਉਨੀ ਦਿਨੀ ਮੇਰਾ ਪਿਓ ਵੀ ਪੜਨ ਖਾਤਰ ਪਿੰਡ ਛੱਡ ਸ਼ਹਿਰ 'ਚ ਇਹਨਾਂ ਦੀ ਗਲੀ ਵਿੱਚ ਕਿਸੇ ਘਰ ਦੀ ਬੈਠਕ ਵਿੱਚ ਕਿਰਾਏ ਤੇ ਰਹਿਣ ਆ ਗਿਆ। ਮਾਮਾ ਧੀਆਂ ਘਰੋਂ ਘੱਟ ਹੀ ਬਾਹਰ ਨਿਕਲਦੀਆਂ। ਮਾਂ ਤਾਂ ਡਿਊਟੀ ਤੋਂ ਵਾਪਸ ਆ ਕੇ ਘਰੇ ਹੀ ਬੰਦ ਹੋ ਜਾਂਦੀ। 1-2 ਵਾਰ ਇਹਨਾਂ ਨੇ ਮੇਰੇ ਪਿਓ ਨੂੰ ਲੰਘਦੇ ਟੱਪਦੇ ਨੂੰ ਬਾਜ਼ਾਰੋਂ ਸੌਦਾ ਪੱਤਰ ਲਿਆਉਣ ਵਾਸਤੇ ਪੈਸੇ ਤੇ ਸਮਾਨ ਦੀ ਲਿਸਟ ਫੜਾ ਦਿੱਤੀ। ਡੈਡੀ ਸੌਦਾ ਲਿਆ ਦਿੰਦੇ। ਇਸੇ ਤਰ੍ਹਾਂ ਮੇਰੇ ਪਿਓ ਦਾ ਇਹਨਾਂ ਦੇ ਘਰ ਆਉਣਾ ਸ਼ੁਰੂ ਹੋ ਗਿਆ। ਮੇਰੀ ਨਾਨੀ ਨੂੰ ਮੁੰਡਾ ਸਾਊ ਜਾਪਿਆ। ਅੱਗਾ ਪਿੱਛਾ ਪੜਤਾਲਿਆ, ਮੁੰਡਾ ਜਾਤ ਬਰਾਦਰੀ ਦਾ ਨਿਕਲਿਆ। ਕੁੜੀ ਤਾਂ ਵਿਆਹੁਣੀ ਹੀ ਸੀ।
ਇਕੱਲੀ ਨਾਨੀ ਕਿੱਧਰ ਕਿੱਧਰ ਭੱਜ ਦੌੜ ਕਰਦੀ। ਠੀਕ ਮੈਚ ਦੇਖ ਕੇ ਨਾਨੀ ਨੇ ਮੇਰੀ ਦਾਦੀ ਨਾਲ ਗੱਲ ਚਲਾਈ। ਦਾਦੀ ਨੂੰ ਵੀ ਕੀ ਉਜਰ ਸੀ, ਉਂਝ ਵੀ ਸਾਡੀ ਜ਼ਮੀਨ ਉਹਨੀ ਦਿਨੀ ਸੇਮ ਚਾ ਚੁੱਕੀ ਸੀ। ਦਾਦੀ ਕੋਲ ਉਸਦਾ ਵੱਡਾ ਨੂੰਹ ਪੁੱਤਰ ਜਣੀ ਮੇਰਾ ਤਾਇਆ ਤਾਈ ਸਨ। ਦਾਦੀ ਨੇ ਸੋਚਿਆ, ਚਲੋ ਭਰਾ ਭਰਾ ਅੱਡ ਅੱਡ ਰਹਿਣਗੇ, ਭਾਂਡੇ ਘੱਟ ਖੜਕਣਗੇ, ਮੋਹ ਪਿਆਰ ਬਣਿਆ ਰਹੇਗਾ। ਨਾਨੀ ਨੇ ਆਪਣੀ ਧੀ ਦਾ ਵਿਆਹ ਕਰ ਮੇਰੇ ਪਿਓ ਨੂੰ ਘਰ ਜਵਾਈ ਬਣਾ ਲਿਆ। ਦਾਦੀ ਦੱਸਦੀ ਹੁੰਦੀ ਸੀ, ਪੁੱਤ ਤੇਰੀ ਮਾਂ ਬਹੁਤ ਹੀ ਸਾਊ ਜਨਾਨੀ ਸੀ, ਲਿਆਕਤ ਵਾਲੀ। ਮੇਰਾ ਤੇਰਾ ਪਿਓ, ਤੇਰੀ ਭੂਆ, ਤਾਏ ਚਾਚੇ ਸਭ ਦਾ ਖੂਬ ਮਾਣ ਇੱਜ਼ਤ ਕਰਦੀ। ਸ਼ਾਇਦ ਤੇਰੇ ਪਿਓ ਦੀ ਕਿਸਮਤ ਹੀ ਮਾੜੀ ਸੀ ਜੋ ਇਹਨਾਂ ਮਾਣ ਇੱਜ਼ਤ ਪਹੁੰਚਾ ਨਾ ਸਕਿਆ। ਮਾਂ ਦੀ ਤਨਖਾਹ, ਜ਼ਮੀਨ ਦਾ ਠੇਕਾ, ਨਾਨੀ ਦੀ ਜ਼ਮੀਨ ਦਾ ਠੇਕਾ, ਸ਼ਹਿਰ 'ਚ ਬਣਿਆ ਬਣਾਇਆ ਵਧੀਆ ਮਕਾਨ, ਬਿਨਾਂ ਕਮਾਈ ਕੀਤਿਆਂ ਇਹਨਾਂ ਐਸ਼ੋ ਆਰਾਮ ਚੰਗੀਆਂ ਚੰਗੀਆਂ ਦੇ ਪੈਰ ਉਖਾੜ ਦਿੰਦਾ ਹੈ। ਡੈਡੀ ਦੇ ਵੀ ਪੈਰ ਉਖੜ ਗਏ। ਵਾਧੂ ਪੈਸਾ, ਕੰਮ ਕੋਈ ਹੈ ਨਹੀਂ। ਵਿਹਲਾ ਬੰਦਾ ਕੰਮ ਕਰੇ ਤਾਂ ਕੀ ਕਰੇ। ਪੈਸੇ ਵਾਲੇ ਵਿਹਲੇ ਬੰਦੇ ਦੇ ਦੋਸਤ ਵੀ ਵਾਧੂ ਬਣ ਜਾਂਦੇ ਨੇ। ਦੋਸਤ ਕਾਹਦੇ, ਬਸ ਖਾਊ ਯਾਰ, ਚਾਰ ਇਧਰੋਂ ਆਉਂਦੇ ਚਾਰ ਉਧਰੋਂ ਆਉਂਦੇ। ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ। ਵਾਧੂ ਚਾਹ ਪਾਣੀ ਬਣਦਾ, ਬੋਤਲਾਂ ਖੁੱਲਦੀਆਂ, ਮੁਰਗੇ ਰਿਝਦੇ, 4-4 5-5 ਵੱਧਿਆਂ ਦੀਆਂ ਰੋਟੀਆਂ ਪੱਕਦੀਆਂ। ਮਾਂ ਤੇ ਨਾਨੀ ਕਲਪਦੀਆਂ ਤਾਂ ਬਹੁਤ, ਪਰ ਕੱਲੀਆਂ ਕਾਰੀਆਂ ਜਨਾਨੀਆਂ ਉੱਚੀ ਨਾ ਕੂੰਦੀਆਂ। ਮਾਂ ਅੱਧੀ ਅੱਧੀ ਰਾਤ ਤੱਕ ਚੁੱਲ੍ਹੇ ਕੋਲ ਬੈਠੀ ਰਹਿੰਦੀ, ਉਨੀਂਦੀਆਂ ਅੱਖਾਂ ਨਾਲ ਮੇਰੇ ਪਿਓ ਨੂੰ ਉਡੀਕਦੀ ਕਿ ਉਹ ਤੇ ਉਸਦੀ ਮੰਡਲੀ ਰੋਟੀ ਖਾਣ ਤੇ ਉਹ ਸੋ ਜਾਵੇ। ਸੁਬਾਹ ਉਸਨੇ ਡਿਊਟੀ ਵੀ ਜਾਣਾ ਹੁੰਦਾ ਸੀ। ਨਾਨੀ ਖੁੰਡੀ ਫੜੀ ਚਾਰ ਚੜ ਕੇ ਰਸੋਈ ਦੇ ਲਾ ਜਾਂਦੀ। ਆਪਣੀ ਧੀ ਨੂੰ ਕੰਧ ਨਾਲ ਟੋਹ ਲਈ ਸੁੱਤੀ ਨੂੰ ਵੇਖ ਪਰੀਆਂ ਅੱਖਾਂ ਨਾਲ ਢਿੱਡ 'ਚ ਮੁੱਕੀਆਂ ਦੇ ਮੁੜ ਮੰਜੇ ਤੇ ਜਾ ਪੈਂਦੀ। ਮਾਂ ਡੈਡੀ ਨੂੰ ਕੁਝ ਕਹਿੰਦੀ ਜਾਂ ਸਮਝਾਉਂਦੀ ਜਾਂ ਉਸਦੀ ਕਿਸੇ ਗੱਲ ਦਾ ਵਿਰੋਧ ਕਰਦੀ ਤਾਂ ਛਿੱਤਰ ਪੋਲਾ ਸ਼ੁਰੂ ਹੋ ਜਾਂਦਾ। ਮੇਰੇ ਪਿਓ ਨੂੰ ਇਸ ਗੱਲ ਦਾ ਇਲਮ ਸੀ ਕਿ ਇਹਨਾਂ ਜਨਾਨੀਆਂ ਦੇ ਪਿੱਛੇ ਖੜਨ ਵਾਲਾ ਕੌਣ ਹੈ। ਇਸੇ ਕਮੀ ਕਾਰਨ ਮਾਂ ਤੇ ਨਾਨੀ ਤੜਵੱਟ ਦਿਨ ਕੱਟੀ ਜਾਂਦੀਆਂ ਸੀ। ਕੱਲੇ ਠੇਕੇ ਨਾਲ ਇੰਨੇ ਵੈਲ ਕਿੱਥੇ ਪੁੱਗਦੇ ਸਨ। ਹੌਲੀ ਹੌਲੀ ਜ਼ਮੀਨ ਤੇ ਵਾਢਾ ਧਰ ਲਿਆ। ਨਾਨੀ ਨੂੰ ਡਰਾ ਧਮਕਾ ਕੇ ਅੰਗੂਠਾ ਲਵਾ ਜ਼ਮੀਨ ਵੇਚੀ ਜਾਣ ਲੱਗੀ। ਇਹਨਾਂ ਦਿਨਾਂ ਵਿੱਚ ਹੀ ਮੈਂ ਹੋ ਗਿਆ। ਮਾਂ ਨੇ ਸਮਝਾਇਆ, ਮੁੰਡਾ ਹੋਣ ਨਾਲ ਉਸਦੇ ਪੈਰ ਲੱਗ ਗਏ, ਸ਼ਾਇਦ ਹੁਣ ਹੀ ਭਲੇ ਦਿਨ ਪਰਤ ਆਉਣ। ਪਿਓ ਨੂੰ ਉਸ ਤੋਂ ਵੱਧ ਖੁਸ਼ੀ, ਵੱਡੀ ਖੁਸ਼ੀ ਵਿੱਚ ਪਾਰਟੀਆਂ ਵੀ ਵੱਡੀਆਂ ਹੋਣ ਲੱਗੀਆਂ। ਨਾਨੀ ਮੈਨੂੰ ਤੇ ਮੇਰੀ ਮਾਂ ਨੂੰ ਡਰੀ ਹੋਈ ਕੁੱਕੜੀ ਵਾਂਗ ਖੰਭਾਂ ਹੇਠ ਲੁਕੋ ਲੁਕੋ ਕੇ ਦਿਨ ਕੱਟਦੀ ਜਾ ਰਹੀ ਸੀ। ਇਹਨਾਂ ਦਿਨਾਂ ਵਿੱਚ ਹੀ ਨਾਨੀ ਵਾਲੇ ਘਰ ਵਿੱਚ ਉੱਪਰ ਚੁਬਾਰੇ ਵਿੱਚ ਇੱਕ ਪ੍ਰੋਫੈਸਰ ਆਪਣੀ ਨਿੱਕੀ ਜਿਹੀ ਬੱਚੀ ਸਮੇਤ ਪਤਾ ਨਹੀਂ ਕਿੱਥੋਂ ਆ ਕੇ ਕਿਰਾਏ ਤੇ ਰਹਿਣ ਲੱਗਾ। ਬਹੁਤ ਹੀ ਘੱਟ ਪਰ ਬਹੁਤ ਹੀ ਮਿੱਠ ਬੋਲਣਾ ਵਾਲਾ ਸੁਲਝਿਆ ਹੋਇਆ ਇਨਸਾਨ। ਪੌੜੀਆਂ ਉੱਤਰ ਸਿੱਧਾ ਕਾਲਜ ਤੇ ਕਾਲਜ ਸਿੱਧਾ ਆਪਣੀ ਚੁਬਾਰੇ। ਕਿਸੇ ਨਾਲ ਕੋਈ ਫਾਲਤੂ ਗੱਲ ਨਹੀਂ। ਉਸਦੀ ਬੇਟੀ ਮੇਰੇ ਤੋਂ 1-2 ਸਾਲ ਛੋਟੀ ਸੀ। ਅਸੀਂ ਇਕੱਠੇ ਖੇਡਦੇ। ਕਈ ਵਾਰ ਉਹ ਰੋਟੀ ਵੀ ਮਾਂ ਕੋਲੋਂ ਹੀ ਖਾਂਦੀ। ਮਾਂ ਤੇ ਨਾਨੀ ਨੂੰ ਉਸਤੇ ਬੜਾ ਤਰਸ ਆਉਂਦਾ। ਵਿਚਾਰੀ ਮਾਂ ਮਿਹਟਰ। ਮੇਰੇ ਪਿਓ ਦੀਆਂ ਖਰਮਸਤੀਆਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਸਨ। ਹੁਣ ਤਾਂ ਰੋਜ਼ ਦਾ ਹੀ ਛਿੱਤਰ ਪੋਲਾ ਸੀ। ਮਾਵਾਂ ਦੀਆਂ ਬੰਦਿਆਂ ਦੀ ਕਮੀ ਕਾਰਨ ਦੜਵੱਟ ਦਿਨ ਕੱਟੀ ਜਾ ਰਹੀਆਂ ਸਨ। ਆਂਢ ਗੁਆਂਢ, ਮੰਮੀ ਦੀਆਂ ਸਹੇਲੀਆਂ ਮੰਮੀ ਦੇ ਨੀਲ ਪਏ ਵੇਖ ਤਰਾ ਕਰਦੀਆਂ। ਮੰਮੀ ਸਾਰਿਆਂ ਦੇ ਹਿੱਸੇ ਦਾ ਪਿਆਰ ਮੇਰੀ ਅਤੇ ਪ੍ਰੋਫੈਸਰ ਅੰਕਲ ਦੀ ਬੇਟੀ ਤੇ ਲੁਟਾ ਰਹੀ ਸੀ। ਰਾਤਾਂ ਨੂੰ ਬੁੱਕਲ 'ਚ ਲੈ ਘੰਟਿਆਂ ਵੱਧੀ ਰੋਂਦੀ ਰਹਿੰਦੀ। ਤੂੰ ਮੇਰੇ ਹੱਥ ਬੰਨ ਰੱਖੇ ਨੇ, ਜੇ ਤੂੰ ਨਾ ਹੁੰਦਾ ਪਤਾ ਨਹੀਂ ਕੀ ਕਰ ਬੈਂਦੀ। ਇੱਕ ਦਿਨ ਪ੍ਰੋਫੈਸਰ ਅੰਕਲ ਦੀ ਕਿਤੇ ਦੂਰ ਦੁਰਾਡੇ ਬਦਲੀ ਹੋ ਗਈ। ਬੋਲਦੇ ਤਾਂ ਉਹ ਪਹਿਲਾਂ ਹੀ ਮਤਲਬ ਦਾ ਸਨ। ਸਮਾਨ ਪੈਕ ਕਰ ਸਾਥੋਂ ਵਿਦਾ ਲੈ ਬੇਟੀ ਸਮੇਤ ਚਲੇ ਗਏ। ਪਰ ਉਹਨਾਂ ਦੀ ਬੇਟੀ ਜਾਂਦੇ ਹੋਏ ਮੰਮੀ ਦੇ ਗੱਲ ਰੋਈ ਬਹੁਤ। ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਜਾ ਰਹੀ ਸੀ ਜਦ ਅਚਾਨਕ ਉਸ ਵਿੱਚ ਇੱਕਦਮ ਭੂਚਾਲ ਆ ਗਿਆ। ਮਾਂ ਦੀ ਗੈਰ ਹਾਜ਼ਰੀ ਵਿੱਚ ਘਰ ਵਿੱਚ ਉੱਠਿਆ ਤੂਫਾਨ ਤੇ ਪਿਓ ਵੱਲੋਂ ਮੇਰੀ ਨਾਨੀ ਦੀ ਹੁੰਦੀ ਕੁੱਟਮਾਰ ਤੇ ਚੀਕ ਚਿਹਾੜੇ ਤੋਂ ਮੈਂ ਛੋਟਾ ਤੇ ਨਾ ਸਮਝ ਕੁਝ ਸਮਝ ਨਾ ਸਕਿਆ। ਹੌਲੀ ਹੌਲੀ ਆਂਢ ਗੁਆਂਢ ਦੇ ਬੱਚਿਆਂ ਤੋਂ ਪਤਾ ਲੱਗਿਆ ਕਿ ਮੇਰੀ ਮਾਂ ਕਿਤੇ ਭੱਜ ਗਈ ਆ। ਗੁਆਂਢੀਆਂ ਵਿੱਚੋਂ ਕੁਝ ਅਜਿਹੇ ਹਾਲਾਤਾਂ ਤੇ ਹੱਸ ਰਹੇ ਸਨ ਤੇ ਕੁਝ ਮਾਂ ਨਾਲ ਹਮਦਰਦੀ ਰੱਖਣ ਵਾਲੇ ਕਹਿ ਰਹੇ ਸਨ, ਇਹ ਤਾਂ ਹੋਣਾ ਹੀ ਸੀ ਇੱਕ ਦਿਨ। ਕਿੰਨੇ ਕੁ ਦਿਨ ਵਿਚਾਰੀ ਹੋਰ ਹੱਡ ਭਨਾਉਂਦੀ। ਮੈਂ ਨਿਆਣਾ ਕਿਸ ਨੂੰ ਕਸੂਰਵਾਰ ਸਮਝਦਾ। ਨਾਨੀ ਦੇ ਪੈਂਦੀ ਕੁੱਟ ਵੇਖ ਜ਼ਰੂਰ ਸੋਚਦਾ, ਕਾਸ਼ ਜੇ ਮਾਂ ਨਾ ਜਾਂਦੀ। ਬਾਅਦ ਵਿੱਚ ਪਤਾ ਚੱਲੇ ਕਿ ਨਾਨੀ ਨੂੰ ਸਭ ਕਾਸੇ ਦਾ ਪਤਾ ਸੀ, ਪਰ ਧੀ ਦੇ ਚੰਗੇਰੇ ਭਵਿੱਖ ਖਾਤਰ ਜਵਾਈ ਦੀ ਮਾਰ ਸਹਿੰਦੀ ਰਹੀ। ਨਾਨੀ ਨੇ ਹੀ ਮੈਨੂੰ ਵੱਡੇ ਹੋਏ ਨੂੰ ਦੱਸਿਆ ਕਿ ਇੱਕ ਦਿਨ ਤੇਰੀ ਮਾਂ ਡਿਊਟੀ ਤੋਂ ਘਰ ਆਈ ਤਾਂ ਬੜੀ ਹੀ ਘਬਰਾਈ ਹੋਈ। ਕਹਿੰਦੀ, ਮਾਂ ਪ੍ਰੋਫੈਸਰ ਸਾਹਿਬ ਦੇ ਦਫ਼ਤਰ ਐਡਰੈਸ ਤੇ ਚਿੱਠੀ ਆਈ ਆ। ਕਹਿੰਦੇ ਮੈਂ ਤਾਂ ਹੁਣ ਦਿਨ ਰਾਤ ਰੋਂਦੇ ਹੋਏ ਚੁੱਪਚਾਪ ਜ਼ੁਲਮ ਸਹਿੰਦੇ ਹੀ ਵੇਖਿਆ ਆ। ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਦੀ ਆ। ਮੈਨੂੰ ਗਲਤ ਨਾ ਸਮਝਣਾ, ਇਸ ਵਿੱਚ ਮੇਰਾ ਸਵਾਰਥ ਵੀ ਲੁਕਿਆ ਹੋਇਆ ਹੈ। ਜੇ ਤੁਹਾਨੂੰ ਠੀਕ ਲਈ ਤਾਂ ਕਿਸੇ ਦਿਨ ਹੇਠ ਲਿਖੇ ਐਡਰੈਸ ਤੇ ਘਰ ਆ ਜਾਣਾ। ਮੇਰੀ ਬੇਟੀ ਨੂੰ ਉਸਦੀ ਮਾਂ ਮਿਲ ਜਾਵੇਗੀ। ਨਾਨੀ ਦੱਸਦੀ ਹੁੰਦੀ ਸੀ
ਕਿ ਤੇਰੀ ਮਾਂ ਕਿੰਨੇ ਹੀ ਦਿਨ ਕੋਈ ਫੈਸਲਾ ਨਾ ਲੈ ਸਕੀ। ਦਿਨ ਰਾਤ ਉੱਠਦੀ ਬਹਿੰਦੀ, ਸੌਂਦੀ ਜਾਗਦੀ, ਲੋਕ ਲਾਜ ਬਾਰੇ ਹੀ ਸੋਚਦੀ ਰਹੀ। ਤੇਰੇ ਪਿਓ ਨੂੰ ਫਿਰ ਕਈ ਮੌਕੇ ਦਿੱਤੇ ਸੁਧਰਨ ਵਾਸਤੇ, ਪਰ ਜਦੋਂ ਉਸਦੀਆਂ ਮਨਮਰਜ਼ੀਆਂ ਨਾ ਹੀ ਰੁਕੀਆਂ ਤਾਂ ਫਿਰ ਇੱਕ ਦਿਨ ਲੋਕ ਲਾਜ ਦੀ ਪਰਵਾਹ ਛੱਡ ਦਫ਼ਤਰੋਂ ਸਿੱਧੀ ਪ੍ਰੋਫੈਸਰ ਸਾਹਿਬ ਕੋਲ ਪਹੁੰਚ ਗਈ। ਨਾਨੀ ਤੇ ਮੇਰੇ ਪਿਓ ਦਾ ਤਸ਼ੱਦਦ ਵਾਧਾ ਹੀ ਗਿਆ। ਮੈਂ ਵੀ ਉਸਦੇ ਜ਼ੁਲਮ ਦਾ ਸ਼ਿਕਾਰ ਹੋਣ ਲੱਗਾ। ਮੇਰੇ ਵੀ ਧੌਲ ਧੱਫਾ ਹੋ ਜਾਂਦਾ। ਡੈਡੀ ਨੂੰ ਸਭ ਦੇ ਪਿੱਛੇ ਨਾਨੀ ਦਾ ਹੱਥ ਲੱਗਦਾ, ਪਰ ਨਾਨੀ ਚੁੱਪ ਰਹੇ, ਆਪਣੇ ਆਪ ਨੂੰ ਸਭ ਕਾਸੇ ਤੋਂ ਅਣਜਾਣ ਦੱਸਦੀ। ਮੈਂ ਸਭ ਕੁਝ ਬਿਟਰ ਬਿਟਰ ਵੇਖਦਾ ਰਹਿੰਦਾ। ਇੱਕ ਦਿਨ ਪਤਾ ਨਹੀਂ ਮਾਂ ਕਿੱਧਰੋਂ ਵਾਹ ਵਰੋਲੇ ਵਾਂਗ ਆਈ ਤੇ ਸਕੂਲੋਂ ਅੱਧੀ ਛੁੱਟੀ ਵੇਲੇ ਮੈਨੂੰ ਚੁੱਪਚਾਪ ਆਪਣੇ ਨਾਲ ਪ੍ਰੋਫੈਸਰ ਅੰਕਲ ਦੇ ਸ਼ਹਿਰ ਲੈ ਗਈ। ਮੈਨੂੰ ਤਾਂ ਜਿਵੇਂ ਸਵਰਗ ਹੀ ਮਿਲ ਗਿਆ ਹੋਵੇ। ਮਾਂ ਜਿਸ ਦੀ ਮੈਂ ਉਮੀਦ ਲਾ ਬੈਠਾ ਸੀ, ਅੱਜ ਮੈਂ ਉਸਦੀ ਬੁੱਕਲ 'ਚ ਬੈਠਾ ਉਸਦੇ ਪਿਆਰ ਦਾ ਨਿੱਘ ਮਾਣ ਰਿਹਾ ਸੀ। ਪਤਾ ਨਹੀਂ ਪਿਓ ਦਾ ਘਰ ਛੱਡਣ ਤੋਂ ਬਾਅਦ ਮੇਰੀ ਨਾਨੀ ਨਾਲ ਕੀ ਵਾਪਰਿਆ ਹੋਵੇਗਾ, ਪਰ ਇੰਨੀ ਕੁ ਭਿਣਕ ਲੱਗ ਗਈ ਸੀ ਕਿ ਉਸਦੇ ਤਾਈ ਦੇ ਪੋਤਰੇ ਉਸਨੂੰ ਆਪਣੇ ਨਾਲ ਲੈ ਉਸਦੇ ਪੇਕੇ ਲੈ ਗਏ ਸਨ। ਫਿਰ ਵੀ ਕੁੜੀ ਸੀ ਉਹਨਾਂ ਦੀ, ਕਹਿੰਦੇ ਇਸ ਜ਼ੁਲਮੀ ਤੋਂ ਮਰਵਾਉਣੀ ਤਾਂ ਨਹੀਂ। ਪ੍ਰੋਫੈਸਰ ਅੰਕਲ, ਨਹੀਂ ਨਹੀਂ, ਮੰਮੀ ਦੇ ਕਹਿਣ ਮੁਤਾਬਿਕ ਮੇਰੇ ਨਵੇਂ ਡੈਡੀ ਦੇ ਘਰ ਦਾ ਸ਼ਾਂਤ ਮਾਹੌਲ ਮੈਨੂੰ ਬਹੁਤ ਵਧੀਆ ਲੱਗਾ। ਨਾਲ ਛੋਟੀ ਭੈਣ ਦਾ ਪਿਆਰ ਅਲੱਗ, ਮੇਰੀ ਤਾਂ ਜਾਨੋਂ ਜੂਨ ਹੀ ਬਦਲ ਗਈ। ਕਿੱਥੇ ਤਾਂ ਘਰ 'ਚ ਹਰ ਵਕਤ ਦੀ ਚਿੜਚਿੜ, ਕਿੱਥੇ ਸੱਭਿਅਕ ਜਿਹਾ ਮਾਹੌਲ। ਮੰਮੀ ਡੈਡੀ ਡਿਊਟੀ ਤੇ ਜਾਂਦੇ, ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਨ ਜਾਂਦੇ। ਘਰ ਆ ਕੇ ਖਾਂਦੇ ਪੀਂਦੇ, ਖੇਡਦੇ, ਸ਼ਰਾਰਤਾਂ ਕਰਦੇ। ਮੰਮੀ ਦੀ ਡਿੱਗਦੀ ਸਿਹਤ ਵੀ ਠੀਕ ਰਹਿਣ ਲੱਗੀ। ਬਲੱਡ ਪ੍ਰੈਸ਼ਰ ਵਗੈਰਾ ਕਿਧਰੇ ਗਏ। ਮੰਮੀ ਦਾ ਰੰਗ ਦਿਨਾਂ ਵਿੱਚ ਹੀ ਨਿਖਰ ਆਇਆ। ਫਿਕਰ ਸੀ ਤਾਂ ਸਿਰਫ ਉਸਨੂੰ ਆਪਣੀ ਮਾਂ ਦਾ, ਪਰ ਇੰਨਾ ਕੁ ਸਬਰ ਸੀ ਕਿ ਚਲੋ ਮਾਂ ਆਪਣੇ ਭਰਾ ਭਤੀਜਿਆਂ 'ਚ ਜਾ ਬੈਠੀ ਆ। ਬਚੀ ਜ਼ਮੀਨ ਦੇ ਸਿਰ ਤੇ ਮਾਂ ਨੇ ਇੱਜ਼ਤ ਦੀ ਰੋਟੀ ਤੋਂ ਮਿਲਦੀ ਹੋਵੇਗੀ। ਪੱਲਿਓਂ ਠੇਕਾ ਦੇ ਹੱਡ ਤਾਂ ਨਹੀਂ ਭਨਾਉਣੇ ਪੈਂਦੇ। ਦਿਨ ਤੀਆਂ ਵਾਂਗ ਲੰਘਦੇ ਜਾ ਰਹੇ ਸਨ। ਅਸੀਂ ਭੈਣ ਭਰਾ ਵੱਡੇ ਹੁੰਦੇ ਗਏ, ਮੰਮੀ ਡੈਡੀ ਵੀ ਹੋਰ ਵੱਡੇ ਹੁੰਦੇ ਗਏ, ਪਰ ਇਸ ਤਰ੍ਹਾਂ ਦੇ ਵੱਡੇ ਹੋਣ ਨੇ ਹੋਰ ਤਰ੍ਹਾਂ ਦੇ ਪਵਾੜਿਆਂ ਦਾ ਮੁੱਢ ਬੰਨ੍ਹ ਦਿੱਤਾ। ਹੁਣ ਛੋਟੀ ਭੈਣ, ਜਿਸ ਨੂੰ ਅਸੀਂ ਪਿਆਰ ਨਾਲ ਗੁੜੀਆ ਸੱਦਦੇ ਸੀ, ਨੂੰ ਮੇਰੇ ਨਾਲ ਪਹਿਲਾਂ ਵਾਂਗ ਖੇਡਣ ਨਾ ਦਿੱਤਾ ਜਾਂਦਾ। ਸਾਨੂੰ ਬਾਜ਼ਾਰ 'ਚ ਜਾਂ ਕਿਸੇ ਦੇ ਘਰ ਇਕੱਲਿਆਂ ਨਾ ਜਾਣ ਦਿੱਤਾ ਜਾਂਦਾ। ਮੰਮੀ ਡੈਡੀ ਦੋਨਾਂ ਵਿੱਚੋਂ ਇੱਕ ਜਣਾ ਸਾਡੇ ਨਾਲ ਜ਼ਰੂਰ ਹੁੰਦਾ। ਹੱਦ ਤਾਂ ਉਦੋਂ ਹੋਊਗੀ ਜਦ ਕਈ ਵਾਰ ਅਸੀਂ ਮੰਮੀ ਡੈਡੀ ਦੀ ਡਿਊਟੀ ਤੋਂ ਵਾਪਸ ਆਉਣ ਤੋਂ ਪਹਿਲਾਂ ਸਕੂਲੋਂ ਘਰ ਆ ਜਾਂਦੇ ਤਾਂ ਗੁੜੀਆ ਨੂੰ ਆਪਣੇ ਘਰ ਦੀ ਬਜਾਏ ਗੁਆਂਢੀਆਂ ਦੇ ਘਰ ਠਹਿਰਨ ਲਈ ਕਿਹਾ ਜਾਂਦਾ। ਮੈਨੂੰ ਕੱਲ ਬੜੀ ਚੁੱਭਦੀ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਦ ਮੰਮੀ ਡੈਡੀ ਛੁੱਟੀ ਵਾਲੇ ਦਿਨ ਕਿਸੇ ਵਿਆਹ ਤੇ ਜਾਣ ਲੱਗੇ, ਅਸੀਂ ਦੋਨਾਂ ਭੈਣ ਭਰਾਵਾਂ ਨੇ ਅਗਲੇ ਦਿਨ ਪੇਪਰ ਹੋਣ ਕਾਰਨ ਨਾ ਜਾਣ ਤੋਂ ਮਨਾ ਕਰ ਦਿੱਤਾ। ਪਰ ਡੈਡੀ ਗੁੜੀਆ ਨੂੰ ਜ਼ਬਰਦਸਤੀ ਰੋਂਦੀ ਨੂੰ ਧੂਕੇ ਨਾਲ ਲੈ ਕੇ ਆਖੇ, ਜਾ ਤਾਂ ਸਾਡੇ ਨਾਲ ਵਿਆਹ ਤੇ ਚੱਲ, ਤੇ ਜੇ ਪੜ੍ਹਨਾ ਹੈ ਤਾਂ ਗੁਆਂਢੀਆਂ ਦੇ ਘਰ ਜਾ ਕੇ ਪੜ੍ਹ। ਪਰ ਇੱਥੇ ਇਕੱਲੀ ਨੇ ਨਹੀਂ ਰਹਿਣਾ। ਇਕੱਲੀ ਕਿਉਂ? ਕਿ ਮੈਂ ਉਸਦਾ ਭਰਾ ਘਰ ਨਹੀਂ ਸੀ। ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਹੋਣ ਲੱਗੀਆਂ। ਅਸੀਂ ਹੋਰ ਵੱਡੇ ਹੁੰਦੇ ਗਏ। ਨਿੱਕਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ। ਗੱਲ ਆਈ ਗਈ ਕਰ ਜਾਂਦਾ। ਪਰ ਜਿਵੇਂ ਜਿਵੇਂ ਮੈਂ ਜਵਾਨ ਹੁੰਦਾ ਗਿਆ, ਇਸ ਤਰ੍ਹਾਂ ਦਾ ਵਿਤਕਰਾ ਹੁੰਦਾ ਵੇਖ ਮੈਨੂੰ ਅੱਗ ਲੱਗ ਜਾਂਦੀ। ਮੈਂ ਗੁੜੀਆ ਨੂੰ ਸਕੀ ਭੈਣ ਤੋਂ ਘੱਟ ਨਹੀਂ ਸੀ ਸਮਝਦਾ। ਡੈਡੀ ਭਾਵੇਂ ਲੱਖ ਚੰਗੇ ਸੀ, ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਦੇ, ਪਰ ਮੇਰੇ ਤੇ ਸਕੇ ਭਰਾ ਵਾਲਾ ਵਿਸ਼ਵਾਸ ਨਾ ਕਰਦੇ। ਮੈਂ 15 ਸਾਲਾਂ ਦਾ ਹੋ ਚੁੱਕਾ ਸੀ। ਹੁਣ ਮੇਰੇ ਤੋਂ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਸੀ ਹੁੰਦਾ, ਪਰ ਕਹਿੰਦਾ ਕੁਛ ਨਾ, ਅੰਦਰ ਹੀ ਅੰਦਰ ਧੁਖਦਾ ਰਹਿੰਦਾ। ਮਾਂ ਮਸਾਂ ਸੈੱਟ ਹੋਈ ਸੀ। ਕਦੇ ਸਾਰਾ ਗੁੱਸਾ ਮਾਂ ਤੇ ਨਿਕਲਦਾ, ਆਪ ਤਾਂ ਸੈੱਟ ਹੋ ਗਈ, ਮੈਨੂੰ ਅਪਸੈਟ ਕਰ ਕਿਸ ਭੰਬਰ 'ਚ ਫਸਾ ਦਿੱਤਾ। ਸੋ ਢਿੱਡੋਂ ਔਕੀ ਸਮਝਦੀ ਸਾਂ, ਪਰ ਬੇਗਾਨੇ ਆਦਮੀ ਨੂੰ ਕੀ ਆਖਦੀ। ਮੈਂ ਸਾਰੇ ਕਾਸੇ ਦਾ ਦੋਸ਼ੀ ਕਿਤੇ ਮਾਂ ਨੂੰ ਮੰਨਦਾ, ਜੋ ਬੇਗਾਨੇ ਬੰਦੇ ਕੋਲ ਕੀ ਸੋਚ ਕੇ ਆਈ ਸੀ। ਮੈਂ ਉਸ ਆਦਮੀ ਦਾ ਕੀ ਲੱਗਦਾ ਸਾਂ? ਕਿਤੇ ਸਕੇ ਪਿਓ ਤੇ ਗੁੱਸਾ ਹੁੰਦਾ, ਜੋ ਚੱਜਦਾ ਹੁੰਦਾ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ। ਕਿਤੇ ਬੇਗਾਨੇ ਪਿਓ ਦੇ ਤੇ ਮਣਾ ਸੂਹੀ ਗੁੱਸਾ ਆਉਂਦਾ ਵੀ ਤੂੰ ਮੇਰਾ ਕੀ ਮਾੜਾ ਦੇਖ ਲਿਆ, ਇਹਨੇ ਸਾਊ ਲੜਕੀ ਤੇ ਵਿਸ਼ਵਾਸ ਨਾ ਕਰ ਸਕਿਆ। ਮੈਂ ਮਾਨਸਿਕ ਤੌਰ ਤੇ ਪਰੇਸ਼ਾਨ, ਸਾਰਾ ਦਿਨ ਘਰੋਂ ਬਾਹਰ ਰਹਿਣ ਲੱਗਾ। ਸਕੂਲ ਪੜ੍ਹਾਈ ਵਿੱਚ ਦਿਲ ਨਾ ਲੱਗਦਾ। ਸਕੂਲੋਂ ਭੱਜ ਪਾਰਕਾਂ ਤੇ ਬਾਜ਼ਾਰਾਂ ਵਿੱਚ ਦੋਸਤਾਂ ਨਾਲ ਦਿਨ ਕੱਟੀ ਕਰਨ ਲੱਗਾ। ਬੇਗਾਨਾ ਪਿਓ ਕਿਵੇਂ ਬਰਦਾਸ਼ਤ ਕਰਦਾ? ਇੱਕ ਪੜ੍ਹੇ ਲਿਖੇ ਪ੍ਰੋਫੈਸਰ ਦੇ ਮੁੰਡੇ ਦੀ ਇਸ ਤਰ੍ਹਾਂ ਦੇ ਆਵਾਰਗੀ ਬਰਦਾਸ਼ਤ ਹੁੰਦੇ ਵੀ ਕਿਵੇਂ? ਝਿੜਕਾਂ ਮਾਂ ਨੂੰ ਮਿਲਦੀਆਂ। ਮੇਰੇ ਕਾਰਨ ਇਸ ਸੱਭਿਅਕ ਘਰ ਵਿੱਚ ਵੀ ਕਲੇਸ਼ ਰਹਿਣ ਲੱਗਾ। ਮਾਂ ਚੁੱਪ-ਚਾਪ ਸਹਿਣ ਕਰਦੀ, ਪਰ ਮੈਥੋਂ ਇਹ ਗੱਲ ਬਰਦਾਸ਼ਤ ਨਾ ਹੁੰਦੀ। ਮਾਂ ਦੀਆਂ ਖੁਸ਼ੀਆਂ ਗ੍ਰਹਿਣੀਆਂ ਜਾਣ ਲੱਗੀਆਂ, ਜਿਸ ਦਾ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਸਮਝਦਾ। ਦਿਨ ਰਾਤ ਕੁਲਝਦਾ ਰਹਿੰਦਾ। ਮਨ ਇਥੋਂ ਭੱਜੂ ਕਰਨ ਲੱਗਾ। ਮੈਂ ਆਪਣੇ ਪਿੱਛੇ ਦੀ ਪੜਤਾਲ ਕੀਤੀ। ਪਿਓ ਨਾਲ ਸਿੱਧੀ ਗੱਲ ਕਰਨ ਦਾ ਹੀਆ ਨਾ ਪਿਆ। ਭੂਆ ਦਾ ਐਡਰੈਸ ਲੱਭ ਉਸ ਨਾਲ ਰਾਬਤਾ ਕਾਇਮ ਕੀਤਾ। ਤੁਹਾਡੇ ਕੋਲ ਆਉਣਾ ਚਾਹੁੰਦਾ ਆ। ਫਿਰ ਵੀ ਆਪਣਾ ਖੂਨ ਸੀ, ਜ਼ੋਰ ਮਾਰ ਹੀ ਗਿਆ। ਭੂਆ ਦਾ 4 ਦਿਨਾਂ 'ਚ ਹੀ ਜਵਾਬ ਆ ਗਿਆ। ਜੀ ਸਦਕੇ ਤੇਰਾ ਆਪਣਾ ਘਰ ਆ,
ਤੇਰੇ ਵਾਸਤੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ, ਜਦ ਜੀ ਕਰੇ ਆ ਜਾਵੀਂ। ਜਦੋਂ ਪ੍ਰੋਫੈਸਰ ਅੰਕਲ ਦੇ ਘਰੋਂ ਮਨ ਬਿਲਕੁਲ ਹੀ ਉਚਾਟ ਹੋ ਗਿਆ ਤਾਂ ਆਪਣੀ ਭੂਆ ਦਾ ਬੂਹਾ ਜਾ ਖੜਕਾਇਆ। ਭੂਆ ਖਿੜੇ ਮੱਥੇ ਮਿਲੀ। ਆਖਿਰ ਪੇਕਿਆਂ ਦਾ ਅੰਸ਼ ਸੀ, ਭਰਾ ਦਾ ਵਾਰਿਸ਼। ਭੂਆ ਦੇ ਮੁੰਡੇ ਨਾਲ ਮਨ ਪਰਚਾਇਆ ਰਹਿੰਦਾ। ਪੜ੍ਹਾਈ ਨਵੇਂ ਸਿਰਿਓਂ ਫੇਰ ਸ਼ੁਰੂ ਕੀਤੀ। ਦਿਨ ਸੋਹਣੇ ਨਿਕਲ ਰਹੇ ਸਨ, ਪਰ ਇੱਥੇ ਫੁੱਫੜ ਦਾ ਸੁਭਾਅ ਆੜੇ ਆ ਗਿਆ। ਫੁੱਫੜ ਦਾ ਕੰਮਕਾਰ ਢਿੱਲਾ ਹੀ ਸੀ। ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਹੋਰ ਜੀ ਦਾ ਵਾਧੂ ਭਾਰ ਖਾਮਖਾ ਸਿਰ ਆ ਪਿਆ ਸੀ। ਭੂਆ ਤਾਂ ਆਪਣੀ ਸੀ, ਫੁੱਫੜ ਦਾ ਮੈਂ ਕੀ ਲੱਗਦਾ ਸੀ। ਫੁੱਫੜ ਆਨੇ ਬਹਾਨੇ ਕੋੜਨ ਲੱਗਾ। ਆਪਣੇ ਮੁੰਡਿਆਂ ਦੇ ਵਿੱਚ ਦੀ ਮੇਰੀਆਂ ਵੇਲੇ ਦੀਆਂ ਰੋਟੀਆਂ ਪਰਖੀਆਂ ਜਾਣ ਲੱਗੀਆਂ। ਭੂਆ ਦੋ ਪੁੜਾਂ ਵਿਚਾਲੇ ਆ ਫਸੀ। ਭਤੀਜਾ ਮਸਾ ਘਰ ਆਇਆ ਸੀ। ਕੀ ਕਹਿੰਦੀ? ਫੁੱਫੜ ਨੂੰ ਕੁਝ ਕਹਿਣ ਦੀ ਹਿੰਮਤ ਉਹ ਕਰ ਨਹੀਂ ਸੀ ਸਕਦੀ। ਇੱਥੇ ਵਿਰੋਧ ਦਾ ਕਲੇਸ਼ ਸ਼ੁਰੂ ਹੋ ਗਿਆ, ਜਿਸ ਦਾ ਮੁੱਢ ਮੈਂ ਬਣ ਗਿਆ ਜਾਂ ਮੇਰੀਆਂ ਖਾਧੀਆਂ ਰੋਟੀਆਂ। ਭੂਆ ਨੇ ਮੇਰੇ ਪਿਓ ਨਾਲ ਸਲਾਹ ਕੀਤੀ। ਮੈਂ ਉੱਥੇ ਜਾਣਾ ਤਾਂ ਨਹੀਂ ਸੀ ਚਾਹੁੰਦਾ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਭੂਆ ਆਪਣੇ ਘਰ ਕਲੇਸ਼ ਪਾ ਹੋਰ ਕਿੰਨੇ ਕੁ ਦਿਨ ਮੈਨੂੰ ਮੰਨੀਆਂ ਖਵਾਉਂਦੀ। ਪਿਓ ਵੱਲੋਂ ਆਉਣ ਦੀ ਹਰੀ ਝੰਡੀ ਮਿਲਦਿਆਂ ਹੀ ਮੈਂ ਮਰਦੇ ਨੇ ਅੱਕ ਚੱਬ ਹੀ ਲਿਆ। ਪਿਓ ਨੇ ਇਹਨਾਂ ਕੁਝ ਹੋਣ ਦੇ ਬਾਵਜੂਦ ਘਰ ਆਈ ਨੂੰ ਗੱਲ ਨਾਲ ਲਾ ਲਿਆ। ਫਿਰ ਵੀ ਖੂਨ ਸੀ ਉਹਦਾ। ਜ਼ਿੰਦਗੀ ਦੇ ਸੰਘਰਸ਼ ਦਾ ਅੰਤ ਹੋ ਗਿਆ ਲੱਗਦਾ। ਸੋਚਿਆ ਆਪਣੇ ਘਰ ਆ, ਬਾਕੀ ਜ਼ਿੰਦਗੀ ਚੰਗੀ ਗੁਜ਼ਰ ਜਾਵੇਗੀ। ਅਚਾਨਕ ਘਰ ਵਿੱਚ ਤੁਰਦੀ ਫਿਰਦੀ ਇੱਕ ਔਰਤ ਨਜ਼ਰ ਆਈ, ਨਾਲ ਛੋਟੀ ਜਿਹੀ ਕੁੜੀ। ਪਤਾ ਲੱਗਿਆ ਇਹ ਮੇਰੀ ਮਾਂ ਸੀ। ਨਵੀਂ ਮਾਂ ਜੋ ਮਾਂ ਦੇ ਜਾਣ ਤੋਂ ਵੱਧ ਘਰ ਸੰਭਾਲਣ ਵਾਸਤੇ ਲਿਆਂਦੀ ਗਈ ਸੀ। ਮੱਥਾ ਠਣਕਿਆ, ਰੱਬ ਖੈਰ ਕਰੇ। ਉੱਥੇ ਨਵਾਂ ਪਿਓ ਸੀ, ਇੱਥੇ ਨਵੀਂ ਮਾਂ। ਨਵੇਂ ਰਿਸ਼ਤਿਆਂ ਦੇ ਨਾਂ ਤੋਂ ਡਰ ਲੱਗਣ ਲੱਗ ਪਿਆ ਸੀ। ਇਸੇ ਡਰ ਕਾਰਨ ਮਾਂ ਨਾਲ ਖੁੱਲ ਨਾ ਸਕਿਆ। ਡਰਦੇ ਨੇ ਛੋਟੀ ਭੈਣ ਨੂੰ ਵੀ ਨਾ ਬੁਲਾਇਆ। ਨਵੀਂ ਮਾਂ ਆਖੇ, ਇਹ ਤਾਂ ਆਕੜਿਆ ਹੀ ਬਹੁਤ ਹੈ। ਉਹ ਕੀ ਜਾਣੇ ਮੈਂ ਕਿਸ ਗੱਲੋਂ ਤਰਾਸਾਂ। ਮੈਂ ਸੁੰਗੜ ਦਿਨ ਕੱਟਣ ਲੱਗਾ। ਆਪਣੇ ਸਿਰ ਹੋਰ ਕੋਈ ਇਲਜ਼ਾਮ ਨਹੀਂ ਸੀ ਚਾਹੁੰਦਾ। ਲੋੜ ਮੁਤਾਬਕ ਬੋਲਦਾ ਤੇ ਬੁਲਾਉਂਦਾ। ਨਵੀਂ ਮਾਂ ਕਿੜਕਿੜ ਕਰਦੀ, ਆਨੇ ਬਹਾਨੇ ਤਾਨੇ ਮਾਰਨ ਲੱਗੀ। ਵੇਲੇ ਦੀਆਂ ਰੋਟੀਆਂ ਫਿਰ ਪਰਖੀਆਂ ਜਾਣ ਲੱਗੀਆਂ। ਮੈਨੂੰ ਇਹ ਘਰ ਆਪਣਾ ਨਾ ਲੱਗਦਾ। ਮਾਂ ਨਵੀਂ ਸੀ, ਭੈਣ ਨਵੀਂ ਸੀ, ਪਿਓ ਵੀ ਆਪਣਾ ਨਾ ਲੱਗਦਾ। ਸਭ ਕੁਝ ਉਪਰਾ ਲੱਗਦਾ। ਇਸ ਤਰ੍ਹਾਂ ਦੀ ਜ਼ਿੰਦਗੀ ਤੇ ਗੁੱਸਾ ਹੋਣ ਲੱਗਾ। ਉਮਰ ਦੇ ਇਸ ਪੜਾਅ ਤੇ ਆਣ ਕੇ ਮੇਰੇ ਵਿੱਚ ਬਾਗੀ ਰੁਚੀਆਂ ਪਨਪਣ ਗਈਆਂ। ਕਦੇ ਮਾਂ ਦੇ ਅੱਗੇ ਵੀ ਬੋਲਿਆ ਜਾਂਦਾ। ਪਿਓ ਕੋਲ ਸ਼ਿਕਾਇਤ ਲੱਗਦੀ ਤਾਂ ਉਸ ਕੋਲੋਂ ਗਾਲੀ ਗਲੋਚ ਤਾਂ ਮਿਲਦਾ ਹੀ, ਕਦੇ ਛਿੱਤਰ ਪੋਲਾ ਵੀ ਹੋ ਜਾਂਦਾ। ਭੈਣ ਵਿੱਚ ਪੈ ਸਮਝੌਤਾ ਕਰਵਾਉਂਦੀ। ਮੈਨੂੰ ਉਸਦਾ ਸਕੀ ਭੈਣ ਨਾਲੋਂ ਵੱਧ ਮੋਹ ਆਉਂਦਾ। ਰਿਸ਼ਤਿਆਂ ਦੀ ਘਾਟ ਕਾਰਨ ਮੈਂ ਹਰ ਰਿਸ਼ਤੇ ਤੋਂ ਨਿੱਘ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਕੋਈ ਰਿਸ਼ਤਾ ਵਫਾ ਨਾ ਕਰਦਾ। ਭੈਣ ਕੋਲੋਂ ਦਿਲ ਦੀ ਪੜਾਸ ਕੱਢਦਾ ਤਾਂ ਉਸਨੂੰ ਉਸਦੀ ਮਾਂ ਤੋਂ ਝਿੜਕਾਂ ਮਿਲਦੀਆਂ, ਜੋ ਮੈਥੋਂ ਬਰਦਾਸ਼ਤ ਨਾ ਹੁੰਦੀਆਂ। ਮੈਂ ਹੋਰ ਵੱਧ ਘੱਟ ਉੱਚਾ ਨੀਵਾਂ ਬੋਲਦਾ, ਕਲੇਸ਼ ਹੋਰ ਵੱਧ ਜਾਂਦਾ। ਮੈਂ ਨਵੀਂ ਮਾਂ ਤੇ ਔਖਾ ਰਹਿਣ ਲੱਗਾ। ਉਸਨੂੰ ਤੰਗ ਕਰਨ ਖਾਤਰ ਮੈਂ ਖਰਮਸਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਵੇਂ ਦੋਸਤ ਘਰ ਲਿਆਉਣ ਲੱਗਾ। ਮਾਂ ਨੂੰ ਜੋ ਚਾਹ ਨੂੰ ਕਹਿਣਾ ਉਹ ਹੋਰ ਛਿੜਦੀ। ਮਾਂ ਨੂੰ ਦੁਖੀ ਕਰ ਮੈਨੂੰ ਢਿੱਡੋਂ ਖੁਸ਼ੀ ਹੁੰਦੀ। ਮੈਂ ਪੜ੍ਹਾਈ 'ਚ ਕਮਜ਼ੋਰ ਹੋਣ ਲੱਗਾ। ਪਿਓ ਪੁੱਤ ਦੀਆਂ ਮਨਾਂ ਦੀਆਂ ਦੂਰੀਆਂ ਵਧਣ ਲੱਗੀਆਂ। ਪਿਓ ਫਿਰ ਬੇਗਾਨਾ ਲੱਗਣ ਲੱਗਾ। ਮਾਂ ਦੀਆਂ ਨਿੱਤੀਆਂ ਸ਼ਿਕਾਇਤਾਂ ਤੋਂ ਦੁਖੀ ਹੋ ਉਸਨੇ ਘਰ ਦੇ ਵਿੱਚ ਹੀ ਮੈਨੂੰ ਇੱਕ ਕਮਰਾ ਅਲੱਗ ਦੀ ਅੱਡ ਕਰ ਦਿੱਤਾ। ਆਪੇ ਪਕਾ, ਪਤਾ ਲੱਗੂ। ਵਾਕਿਆ ਹੀ ਪਤਾ ਲੱਗ ਗਿਆ ਜਦ ਸਿਰ ਤੇ ਪਈ। ਦਾਦੀ ਪਿੰਡੋਂ ਬੁਲਾਈ। ਉਸਨੇ 6 ਮਹੀਨੇ ਸਾਂਭਿਆ, ਫਿਰ ਉਸਦੇ ਵੀ ਹੱਥ ਖੜੇ ਹੋ ਗਏ। ਪਿੰਡ ਬੈਠੀ ਬਿਠਾਈ ਨੂੰ ਪੜੋਸੀ ਮਿਲਦੀ ਸੀ। ਇੱਥੇ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ। 2 ਮਹੀਨਿਆਂ ਵਿੱਚ ਹੀ ਹਾਰ ਗਈ। ਤਾਇਆ ਪਿੰਡੋਂ ਆ ਕੇ ਦਾਦੀ ਨੂੰ ਲੈ ਗਿਆ। ਰੋਟੀ ਦੀ ਮੁਸ਼ਕਿਲ ਫੇਰ ਖੜੀ ਹੋ ਗਈ। ਵਿਆਹ ਦੀ ਅਜੇ ਉਮਰ ਨਹੀਂ ਸੀ ਹੋਈ, ਪੜ੍ਹਾਈ ਵੀ ਪੂਰੀ ਨਹੀਂ ਸੀ ਹੋਈ। ਨੌਕਰੀ ਕੀ ਮਿਲਦੀ, ਤੇ ਨੌਕਰੀ ਬਿਨਾਂ ਵਿਹਲੇ ਮਸਟੰਡੇ ਨੂੰ ਕੌਣ ਆਪਣੀ ਧੀ ਦਿੰਦਾ। ਇਹਨਾਂ ਦਿਨਾਂ ਵਿੱਚ ਹੀ ਮੇਰੇ ਲਈ ਖੁਸ਼ਪ੍ਰੀਤ ਰੱਬ ਬਣ ਬੋੜਿਆ। ਮੇਰੇ ਸਾਰੇ ਦੋਸਤਾਂ ਵਿੱਚੋਂ ਖੁਸ਼ਪ੍ਰੀਤ ਮੇਰੇ ਨਾਲ ਦਿਲੋਂ ਸਨੇਹ ਕਰਦਾ ਸੀ। ਮਾਂ-ਬਾਪ ਛੋਟੇ ਹੁੰਦੇ ਦੇ ਇੱਕ ਸੜਕ ਦੁਰਘਟਨਾ ਵਿੱਚ ਮਾਰੇ ਗਏ ਸਨ। ਦਾਦੇ ਦਾਦੀ ਨੇ ਪਲ ਵੱਡਾ ਕੀਤਾ। ਰੱਬ ਦਾ ਦਿੱਤਾ ਘਰੇ ਸਭ ਕੁਝ ਸੀ, ਪਰ ਪਤਾ ਨਹੀਂ ਕਿਉਂ ਖੁਸ਼ਪ੍ਰੀਤ ਨੂੰ ਵਿਦੇਸ਼ ਜਾਣ ਦੀ ਲਮਕਣੀ ਲੱਗੀ ਹੋਈ ਸੀ। ਚਿੰਤਾ ਸੀ ਤਾਂ ਬੁੱਢੇ ਹੋ ਚੁੱਕੇ, ਕੁਝ ਵੀ ਕਰਨ ਤੋਂ ਅਸਮਰੱਥ ਦਾਦੇ ਦਾਦੀ ਦੀ। ਖੁਸ਼ਪ੍ਰੀਤ ਨੇ ਮੇਰੇ ਸਾਹਮਣੇ ਸਮੱਸਿਆ ਰੱਖੀ। ਯਾਰ, ਜੇ ਤੂੰ ਬਜ਼ੁਰਗਾਂ ਦੀ ਦੇਖਭਾਲ ਦਾ ਜ਼ਿੰਮਾ ਲੈ ਲਵੇਂ, ਮੈਂ ਬੇਫਿਕਰ ਹੋ ਬਾਹਰ ਚਲਾ ਜਾਵਾਂ। ਮੇਰੇ ਲਈ ਤਾਂ ਬਿੱਲੀ ਭਾਣੇ ਸਿੱਕਾ ਟੁੱਟਾ ਵਾਲੀ ਗੱਲ ਹੋਈ। ਝੱਟ ਹਾਂ ਕਰ ਦਿੱਤੀ। ਮੈਂ ਤਾਂ ਆਪ ਆਸਰਾ ਭਾਲਦਾ ਫਿਰਦਾ ਸੀ। ਚੰਗਾ, ਬਾਹਰਲਾ ਰਿਸ਼ਤਾ ਮਿਲਣ ਤੇ ਕੁਝ ਮਹੀਨਿਆਂ ਵਿੱਚ ਹੀ ਖੁਸ਼ਪ੍ਰੀਤ ਵਿਆਹ ਕਰਵਾ ਬਾਹਰ ਸੈੱਟ ਹੋ ਗਿਆ। ਮੈਂ ਵੀ ਦੋਸਤੀ ਨਿਭਾਈ। ਬਜ਼ੁਰਗਾਂ ਦੀ ਖੁਸ਼ਪ੍ਰੀਤ ਨਾਲੋਂ ਵੱਧ ਸੇਵਾ ਕੀਤੀ। ਖੁਸ਼ਪ੍ਰੀਤ ਦਾ ਫੋਨ ਆਉਂਦਾ, ਉਹ ਬਜ਼ੁਰਗਾਂ ਵੱਲੋਂ ਬੇਫਿਕਰ ਹੋਵੋ ਆਪਣੀ ਗ੍ਰਸਤੀ ਵਿੱਚ ਪਰਚ ਜਾਂਦਾ। ਖੁਸ਼ਪ੍ਰੀਤ ਦਾਦੇ ਦਾਦੀ ਨੂੰ ਆਪਣੇ ਕੋਲ ਸੱਦਣ ਲਈ ਪੂਰਾ ਵਾਹ ਲਾ ਰਿਹਾ ਸੀ। ਮੈਂ ਅੰਦਰੋਂ ਅੰਦਰੀ ਡਰਦਾ, ਜੇ ਬਜ਼ੁਰਗ ਚਲੇ ਗਏ ਮੇਰਾ ਤਾਲ ਨਾ ਹੀ ਪੱਟਿਆ ਜਾਊ।
ਇੱਕ ਦਿਨ ਸੱਚਮੁੱਚ ਹੀ ਉਹਨਾਂ ਦਾ ਵੀਜ਼ਾ ਤੇ ਟਿਕਟ ਆ ਗਏ। ਉਹ ਸਭ ਕੁਝ ਵੇਚ ਵੱਟ ਹਫ਼ਤੇ ਕੁ ਵਿੱਚ ਖੁਸ਼ਪ੍ਰੀਤ ਕੋਲ ਚਲੇ ਗਏ। ਮੈਂ ਇੱਕ ਵਾਰ ਫੇਰ ਬੇਘਰ ਹੋ ਗਿਆ, ਪਰ ਅਸ਼ਕੇ ਜਾਏ ਖੁਸ਼ਪ੍ਰੀਤ ਦੇ, ਜਿਸ ਨੇ ਮੇਰਾ ਕੀਤਾ ਭੁਲਾਇਆ ਨਹੀਂ। ਆਪਣੀ ਘਰਵਾਲੀ ਨੂੰ ਤਲਾਕ ਦੇ ਇੰਡੀਆ ਭੇਜਿਆ। ਇੰਡੀਆ ਵਿੱਚ ਆ ਕੇ ਚੁੱਪ ਚਪੀਤੇ ਬਿਨਾਂ ਕਿਸੇ ਨੂੰ ਦੱਸਿਆ ਮੇਰੇ ਨਾਲ ਕੋਰਟ ਮੈਰਿਜ ਕਰਵਾ ਆਪ ਵਾਪਸ ਕੈਨੇਡਾ ਚਲੇ ਗਏ। ਥੋੜੇ ਮਹੀਨਿਆਂ ਵਿੱਚ ਹੀ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ। ਮੈਂ ਖੁਸ਼ਪ੍ਰੀਤ ਕੋਲ ਕੈਨੇਡਾ ਪਹੁੰਚ ਗਿਆ, ਪਰ ਮੈਨੂੰ ਅਜੇ ਵੀ ਸਭ ਕੁਝ ਅਚੰਭਾ ਹੀ ਲੱਗ ਰਿਹਾ ਸੀ। ਖੁਸ਼ਪ੍ਰੀਤ ਨੇ ਮੈਨੂੰ ਕਿਰਾਏ ਤੇ ਘਰ ਅਤੇ ਕੰਮ ਲੱਭ ਕੇ ਦਿੱਤੇ। ਕੰਮ ਕਰਕੇ ਪੈਸੇ ਦੀ ਘਾਟ ਨਹੀਂ ਸੀ ਤੇ ਪੈਸੇ ਕਰਕੇ ਰੋਟੀਆਂ ਦੀ ਵੀ ਘਾਟ ਨਹੀਂ ਸੀ। ਮੈਂ ਦਿਲ ਲਾ ਕੇ ਕੰਮ ਕਰਨ ਲੱਗਾ, ਸਭ ਦੀਆਂ ਨਜ਼ਰਾਂ ਵਿੱਚ ਆ ਗਿਆ। ਇੱਥੇ ਹੀ ਮੈਨੂੰ ਹਰਪ੍ਰੀਤ ਮਿਲੀ। ਜੰਪਲ ਤਾਂ ਕੈਨੇਡਾ ਦੀ ਸੀ, ਪਰ ਭਾਰਤੀ ਮਾਪਿਆਂ ਦੀ ਧੀ ਹੋਣ ਕਾਰਨ ਅਜੇ ਉਸ ਵਿੱਚ ਸਾਡੇ ਸੰਸਕਾਰ ਮੌਜੂਦ ਸਨ। ਮਾਪਿਆਂ ਕੋਲ ਮੇਰੀ ਸਿਫਤ ਕਰ ਆਪਣੀ ਪਸੰਦ ਜ਼ਾਹਿਰ ਕੀਤੀ। ਮਾਪਿਆਂ ਨੇ ਮੇਰਾ ਅੱਗਾ ਪਿੱਛਾ ਪੜਤਾਲਿਆ। ਮੈਂ ਆਪਣੇ ਪਿਛੋਕੜ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਕੈਨੇਡਾ ਆ ਕੇ ਕੁਝ ਹੀ ਮਹੀਨਿਆਂ ਬਾਅਦ ਖੁਸ਼ਪ੍ਰੀਤ ਦੀ ਵਹੁਟੀ ਨੇ ਮੈਨੂੰ ਤਲਾਕ ਦੇ ਵਿਆਹ ਦੇ ਬੰਧਨ ਤੋਂ ਮੁਕਤ ਕਰ ਦਿੱਤਾ ਸੀ। ਖੁਸ਼ਪ੍ਰੀਤ ਦੇ ਪਰਿਵਾਰ ਨੇ ਵਿੱਚ ਪੈ ਕੇ ਮੇਰਾ ਹਰਪ੍ਰੀਤ ਨਾਲ ਰਿਸ਼ਤਾ ਕਰਵਾ ਦਿੱਤਾ। ਅੱਜ ਰੱਬ ਦਾ ਦਿੱਤਾ ਸਭ ਕੁਝ, ਇੱਕ ਸਾਊ ਪਤਨੀ, 2 ਮੁੰਡੇ, ਕੋਠੀ, ਕਾਰ, ਸਭ ਪਦਾਰਥਕ ਸੁੱਖ ਨਹੀਂ, ਕਿਸੇ ਚੀਜ਼ ਦੀ ਕਮੀ ਨਹੀਂ। ਕਮੀ ਹੈ ਤਾਂ ਸਿਰਫ ਰਿਸ਼ਤਿਆਂ ਦੀ। ਜੇ ਮੇਰੇ ਕੋਲ ਰਿਸ਼ਤੇ ਹੁੰਦੇ ਹੀ ਨਾ, ਦੁੱਖ ਵੀ ਨਾ ਹੁੰਦਾ। ਦੁੱਖ ਹੀ ਇਸ ਗੱਲ ਦਾ ਹੈ ਕਿ ਰਿਸ਼ਤੇ ਤਾਂ ਹਨ ਤੇ ਹੈ ਵੀ ਦੁੱਗਣੇ। ਲੋਕਾਂ ਕੋਲ ਤਾਂ ਇੱਕ ਮਾਂ ਪਿਓ ਹੁੰਦਾ ਹੈ, ਮੇਰੇ ਕੋਲ ਤਾਂ 2 ਪਿਓ, 2 ਮਾਵਾਂ ਤੇ 2 ਹੀ ਭੈਣਾਂ ਹਨ। ਬਾਕੀ ਕਰਮਾਂ 'ਚ ਨਿੱਘ ਕਿਸੇ ਇੱਕ ਦਾ ਵੀ ਨਹੀਂ ਆ। ਬਾਹਰਲੀ ਧਰਤੀ ਤੇ ਆਪਣੀ ਜੰਮਣ ਭੋਂ, ਆਪਣੇ ਖੂਨ ਦੇ ਰਿਸ਼ਤਿਆਂ ਤੋਂ ਦੂਰ ਖੁਸ਼ਪ੍ਰੀਤ ਦੀ ਬਦੌਲਤ ਆਪਣੀ ਗ੍ਰਸਤੀ 'ਚ ਪਰਚਿਆ ਮਸ਼ੀਨੀ ਜ਼ਿੰਦਗੀ ਜਿਉ ਰਿਹਾ ਹਾਂ। ਪੈਸੇ ਧੇਲੇ, ਪਦਾਰਥ, ਸੁੱਖਾਂ ਦੀ ਕੋਈ ਕਮੀ ਨਹੀਂ। ਕਦੇ-ਕਦੇ ਮਸ਼ੀਨੀ ਜ਼ਿੰਦਗੀ ਜਿਉਣੇ ਦਿਲ ਕਰਦਾ ਹੈ ਮਾਂ ਦੀ ਜਾਂ ਪਿਓ ਦੀ ਬੁੱਕਲ 'ਚ ਸਕੂਨ ਲੱਭਣ ਦਾ। ਉਦੋਂ ਰਿਸ਼ਤਿਆਂ ਦੀ ਘਾਟ ਬੜੀ ਖੁੱਲਦੀ ਆ। ਇਸੇ ਲਈ ਮੁੰਡਿਆਂ ਨੂੰ ਸਮਝਾਉਣਾ ਆ, ਹਾਂ ਬਈ, ਆਪਣੀ ਮਾਂ ਦੇ ਪਿਆਰ ਨੂੰ ਸਮਝੋ, ਮਹਿਸੂਸ ਕਰੋ, ਇਹਨਾਂ ਰਿਸ਼ਤਿਆਂ ਨੂੰ ਹੰਢਾਓ। ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਮਾਂ ਪਿਓ, ਭੈਣ ਭਰਾਵਾਂ ਦੇ ਰਿਸ਼ਤਿਆਂ ਦਾ ਨਿੱਘ ਮਿਲ ਰਿਹਾ ਹੈ। ਮੇਰੇ ਵਰਗਿਆਂ ਨੂੰ ਪੁੱਛੋ ਜੋ ਇਹਨਾਂ ਰਿਸ਼ਤਿਆਂ ਦੇ ਨਿੱਘ ਨੂੰ ਤਰਸਦਿਆਂ ਇਸ ਜਹਾਨ ਨੂੰ ਤੁਰ ਜਾਣਗੇ। ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ। ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।